ਭਾਰ ਘਟਾਉਣ ਵਾਲੀ ਦਵਾਈ ਦੇ ਨਾਲ 150 ਲੋਕਾਂ ਦੀ ਮੌਤ, 1.5 ਲੱਖ ਲੋਕਾਂ ਵਿੱਚ ਸਾਈਡ ਇਫੈਕਟ। ਆਈ ਇੱਕ ਰਿਪੋਰਟ, ਜਾਣੋ ਰਿਪੋਰਟ ਦੀ ਪੂਰੀ ਸੱਚਾਈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝੀ ਸੋਚ ਟੀਵੀ। ਮੈਂ ਹਾਂ ਤੁਹਾਡੇ ਨਾਲ ਸਿਮੀ ਧਾਲੀਵਾਲ। ਹਰ ਇੱਕ ਦੂਜਾ ਬੰਦਾ ਮੋਟਾਪੇ ਤੋਂ ਗ੍ਰਸਤ ਹੈ ਤੇ ਮੋਟਾਪੇ ਨੂੰ ਦੂਰ ਕਰਨਾ ਚਾਹੁੰਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਕਿਉਂ ਨਾ ਹੋਵੇ। ਕੁਝ ਲੋਕ ਨੈਚੁਰਲ ਚੀਜ਼ਾਂ ਅਪਣਾਉਂਦੇ ਨੇ, ਜਿਵੇਂ ਕੁਝ ਲੋਕ ਯੋਗ ਕਰਦੇ ਨੇ, ਕੁਝ ਲੋਕ ਕਸਰਤ ਕਰਕੇ ਵਜ਼ਨ ਘਟਾਉਣਾ ਪਸੰਦ ਕਰਦੇ ਨੇ, ਪਰ ਕੁਝ ਲੋਕ ਸੋਚਦੇ ਨੇ ਕਿ ਨਹੀਂ, ਕਈਆਂ ਕੋਲ ਸਮਾਂ ਨਹੀਂ ਹੁੰਦਾ। ਉਹ ਸੋਚਦੇ ਨੇ ਕੁਝ ਦਵਾਈ ਇਹੋ ਜਿਹੀ ਮਿਲ ਜਾਵੇ ਜਿਸ ਦੇ ਨਾਲ ਉਹਨਾਂ ਦਾ ਮੋਟਾਪਾ ਘਟ ਜਾਵੇ ਅਤੇ ਛੇਤੀ ਤੋਂ ਛੇਤੀ ਉਹ ਪਤਲੇ ਹੋ ਜਾਣ ਜਾਂ ਉਹਨਾਂ ਦਾ ਮੋਟਾਪਾ ਛੇਤੀ ਤੋਂ ਛੇਤੀ ਘਟੇ। ਕੁਝ ਇੰਜੈਕਸ਼ਨ ਵੀ ਇਸਤੇਮਾਲ ਕਰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ। ਜੇ ਤੁਸੀਂ ਵੀ ਕਰਦੇ ਹੋ ਤਾਂ ਥੋੜਾ ਸਾਵਧਾਨੀ ਦੇ ਨਾਲ, ਡਾਕਟਰ ਦੀ ਸਲਾਹ ਤੋਂ ਬਿਨਾਂ ਅਜਿਹਾ ਕੁਝ ਵੀ ਨਾ ਕਰਿਆ ਕਰੋ। ਜੇ ਤੁਸੀਂ ਕੋਈ ਦਵਾਈ ਖਾਂਦੇ ਹੋ ਜਾਂ ਕੋਈ ਇੰਜੈਕਸ਼ਨ ਯੂਜ਼ ਕਰ ਰਹੇ ਹੋ ਮੋਟਾਪਾ ਘਟਾਉਣ ਦੇ ਲਈ, ਤਾਂ ਡਾਕਟਰ ਤੋਂ ਪਹਿਲਾਂ ਜ਼ਰੂਰ ਇੱਕ ਵਾਰੀ ਸਲਾਹ ਲੈ ਲੈਣੀ ਹੈ, ਕਿਉਂਕਿ ਜੇ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਹੋ ਸਕਦਾ ਹੈ ਕਿ ਕੁਝ ਅਨਹੋਣੀ ਹੋ ਜਾਵੇ। 2 ਸਾਲ ਪਹਿਲਾਂ ਹੀ ਭਾਰ ਘਟਾਉਣ ਵਾਲਾ ਇੰਜੈਕਸ਼ਨ ਅਮਰੀਕਾ, ਬ੍ਰਿਟੇਨ ਦੇ ਵਿੱਚ ਆਇਆ ਸੀ। ਮੋਟਾਪੇ ਤੋਂ ਪੀੜਤ ਲੋਕਾਂ ਲਈ ਇਸ ਨੂੰ ਸੰਜੀਵਨੀ ਵਾਂਗ ਲਿਆ ਗਿਆ। ਦੇਖਦੇ ਹੀ ਦੇਖਦੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਇਸ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ। ਭਾਰਤ ਵਿੱਚ ਵੀ ਇਸ ਦਵਾਈ ਨੂੰ ਆਏ ਸਾਲ ਭਰ ਦੇ ਕਰੀਬ ਹੋ ਗਿਆ। ਪਰ ਬ੍ਰਿਟੇਨ ਦੀ ਇੱਕ ਸਿਹਤ ਨਿਗਰਾਨੀ ਸੰਸਥਾ ਦੀ ਨਵੀਂ ਰਿਪੋਰਟ ਨੇ ਹਲਚਲ ਮਚਾ ਦਿੱਤੀ ਹੈ। ਇਹ ਜਾਣਕਾਰੀ ਅਸੀਂ ਤੁਹਾਨੂੰ ਪੁਖਤਾ ਨਹੀਂ ਦੇ ਰਹੇ, ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਜਾਣਕਾਰੀ ਪੁਖਤਾ ਹੀ ਹੈ, ਪਰ ਰਿਪੋਰਟ ਜਿਹੜੀ ਆ ਇੱਕ ਸਿਹਤ ਨਿਗਰਾਨੀ ਸੰਸਥਾ ਦੀ ਰਿਪੋਰਟ ਹੈ ਜੋ ਉਹਨਾਂ ਨੇ ਪੇਸ਼ ਕੀਤੀ ਹੈ, ਉਸ ਦੇ ਵਿੱਚ ਇਹ ਖੁਲਾਸਾ ਹੋਇਆ। ਇਸ ਰਿਪੋਰਟ ਅਨੁਸਾਰ ਭਾਰ ਘਟਾਉਣ ਵਾਲੀ ਦਵਾਈ GLP-1 ਦੀ ਵਰਤੋਂ ਦੇ ਨਾਲ ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 1.5 ਲੱਖ ਲੋਕਾਂ ਦੇ ਵਿੱਚ ਜਿਹੜੇ ਆ ਸਾਈਡ ਇਫੈਕਟ ਜਿਹੜੇ ਆ ਉਹ ਮਿਲੇ ਨੇ, ਯਾਨੀ ਕਿ ਸਾਈਡ ਇਫੈਕਟ ਦੀਆਂ ਸ਼ਿਕਾਇਤਾਂ ਆਈਆਂ ਨੇ ਇਸ ਦੀ ਵਰਤੋਂ ਕਰਨ ਤੋਂ ਬਾਅਦ। ਇਸ ਖੁਲਾਸੇ ਤੋਂ ਬਾਅਦ ਹੀ ਮੈਡੀਕਲ ਜਗਤ ਦੇ ਵਿੱਚ ਇਹ ਬਹਿਸ ਛਿੜ ਗਈ ਕਿ ਇਹਨਾਂ ਪ੍ਰਸਿੱਧ ਐਂਟੀ ਓਬੇਸਿਟੀ ਦਵਾਈਆਂ ਦੀ ਵਰਤੋਂ ਤੇ ਤੁਰੰਤ ਰੋਕ ਲਗਾ ਦੇਣੀ ਚਾਹੀਦੀ ਹੈ ਜਾਂ ਫਿਰ ਬਿਨਾਂ ਡਾਕਟਰੀ ਸਲਾਹ ਦੇ ਇਹਨਾਂ ਦੀ ਅੰਨ੍ਹੇਵਾਹ ਵਰਤੋਂ ਤੇ ਨਕੇਲ ਕੱਸਣੀ ਚਾਹੀਦੀ ਹੈ। ਮੋਟਾਪੇ ਦੇ ਕੰਮ ਕਰਨ ਵਾਲੇ ਮਸ਼ਹੂਰ ਡਾਕਟਰ ਪਾਰਸ ਅਗਰਵਾਲ ਨੇ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਹਾਲਾਂਕਿ ਸੰਸਥਾ ਦੀ ਰਿਪੋਰਟ ਕਹਿ ਰਹੀ ਹੈ ਕਿ ਇੰਨੇ ਲੋਕਾਂ ਦੀ ਮੌਤ ਹੋਈ ਤੇ ਇੰਨੇ ਨੂੰ ਸਾਈਡ ਇਫੈਕਟ ਦੀਆਂ ਸ਼ਿਕਾਇਤਾਂ ਆਈਆਂ, ਪਰ ਇੱਕ ਮਸ਼ਹੂਰ ਡਾਕਟਰ ਪਾਰਸ ਅਗਰਵਾਲ ਨੇ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਸਿਰੇ ਤੋਂ ਖਾਰਜ ਕੀਤਾ। ਇੱਕ ਰਿਪੋਰਟ ਨਿੱਜੀ ਚੈਨਲ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਸੀਗੀ, ਉਸ ਦੇ ਮਾਧਿਅਮ ਦੇ ਜ਼ਰੀਏ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਇਹ ਰਿਪੋਰਟ ਸੱਚੀ ਹੈ। ਤਾਂ ਡਾਕਟਰ ਪਾਰਸ ਅਗਰਵਾਲ ਨੇ ਦੱਸਿਆ ਕਿ ਜਦੋਂ ਵੀ ਕੋਈ ਦਵਾਈ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਕਈ ਸਾਲਾਂ ਤੱਕ ਉਸ ਦੇ ਪ੍ਰਭਾਵ ਨੂੰ ਲੈ ਕੇ ਅਧਿਐਨ ਕੀਤਾ ਜਾਂਦਾ ਹੈ। ਓਜੈਪਿਕ ਜਾਂ ਬਿਗੋਬੀ ਵਰਗੀਆਂ weight loss ਦੀਆਂ ਦਵਾਈਆਂ ਡੂੰਘੀ ਖੋਜ ਜਾਂ ਨਤੀਜਾ ਨੇ। ਅੱਜ ਕਰੋੜਾਂ ਲੋਕ ਮੋਟਾਪੇ ਦੀ ਗੰਭੀਰ ਬਿਮਾਰੀ ਤੋਂ ਪੀੜਤ ਹਨ ਅਤੇ ਇਸ ਕਾਰਨ ਲੱਖਾਂ ਦੀਆਂ ਜਾਨਾਂ ਵੀ ਜਾਂਦੀਆਂ ਨੇ। ਪਰ GLP-1 ਦਵਾਈ ਅਸਲ ਵਿੱਚ ਸੰਜੀਵਨੀ ਵਾਂਗ ਹੈ। ਇਸ ਮੈਡੀਸਨ ਐਂਡ ਹੈਲਥ ਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ MHRA ਦੀ ਰਿਪੋਰਟ ਦੇ ਆਧਾਰ ਤੇ ਅਜਿਹੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਉਹ ਖੁਦ ਦੱਸ ਰਹੀ ਹੈ ਕਿ ਅਜੇ ਇਸ ਵਿੱਚ ਹੋਰ ਖੋਜ ਦੀ ਲੋੜ ਹੈ। ਅਜਿਹੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸਨਸਨੀ ਪੈਦਾ ਕਰਨ ਤੋਂ ਇਲਾਵਾ ਕੁਝ ਨਹੀਂ। ਇਸ ਰਿਪੋਰਟ ਵਿੱਚ ਜਿੰਨੇ ਲੋਕਾਂ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਵਿੱਚ ਇੱਕ ਹੀ ਮਰੀਜ਼ ਨੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਇਸ ਲਈ ਇਹ ਅੰਕੜੇ ਸ਼ਿਕਾਇਤ ਕਰਨ ਵਾਲੇ ਲੋਕਾਂ ਦੀਆਂ ਕੁੱਲ ਸੰਖਿਆਵਾਂ ਦੀ ਨਹੀਂ ਦਰਸਾਉਂਦੀ ਹੈ। ਅਤੇ ਦੂਜੀ ਗੱਲ, ਇਸ ਰਿਪੋਰਟ ਵਿੱਚ ਇਹ ਸਾਫ਼ ਨਹੀਂ ਹੈ ਕਿ ਮੌਤ ਲਈ ਸਿਰਫ weight loss ਦਵਾਈ ਹੀ ਜ਼ਿੰਮੇਵਾਰ ਹੈ। ਖੁਦ ਰਿਪੋਰਟ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਇੰਨਾ ਹੀ ਨਹੀਂ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਘਾਤਕ ਨਤੀਜੇ ਲਈ ਜ਼ਰੂਰੀ ਨਹੀਂ ਕਿ ਭਾਰ ਘਟਾਉਣ ਵਾਲੀ ਦਵਾਈ ਹੀ ਜ਼ਿੰਮੇਵਾਰ ਹੋਵੇ। ਹੋ ਸਕਦਾ ਹੈ ਕਿ ਪਹਿਲਾਂ ਤੋਂ ਕੋਈ ਬਿਮਾਰੀ ਹੋਵੇ ਜਿਸ ਦਾ ਪਤਾ ਨਾ ਚੱਲਿਆ ਹੋਵੇ। ਇਸ ਲਈ ਇਸ ਰਿਪੋਰਟ ਤੇ ਕਿਸੇ ਤਰ੍ਹਾਂ ਦੀ ਵੀ ਸੂਰਤ ਦੇ ਵਿੱਚ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ, ਇਹ ਡਾਕਟਰ ਕਹਿ ਰਹੇ ਨੇ। ਜੇਕਰ ਖੁਦ ਤੋਂ ਦਵਾਈ ਲੈ ਰਹੇ ਹਨ ਤਾਂ ਹੋ ਸਕਦਾ ਹੈ ਕਿ ਉਹ ਨਕਲੀ ਵੀ ਹੋ ਸਕਦੀ ਹੈ। ਇਸ ਸਥਿਤੀ ਵਿੱਚ ਵੀ ਕੁਝ ਅਜਿਹਾ ਹੋ ਸਕਦਾ, ਯਾਨੀ ਕਿ ਜੇ ਤੁਸੀਂ ਦਵਾਈ ਖਾ ਰਹੇ ਹੋ, ਜੇ ਕੁਝ ਇਸ ਤਰ੍ਹਾਂ ਦਾ ਇੰਜੈਕਸ਼ਨ ਤੁਸੀਂ ਯੂਜ਼ ਕਰ ਰਹੇ ਹੋ, ਡਾਕਟਰ ਦੇ ਨਾਲ ਇੱਕ ਵਾਰੀ ਸਲਾਹ ਜ਼ਰੂਰ ਕਰ ਲਿਓ। ਉਹਨਾਂ ਨੇ ਕਿਹਾ ਕਿ ਫਿਰ
ਪਤਾ ਕਿ ਕਿਵੇਂ ਕੀਤਾ ਜਾਣਾ ਚਾਹੀਦਾ, ਫਿਰ ਕੀ ਕੀਤਾ ਜਾਣਾ ਚਾਹੀਦਾ। ਡਾਕਟਰ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੀਐਲਪੀ ਇੱਕ ਬੇहद ਪ੍ਰਭਾਵਸ਼ਾਲੀ ਹੈ। ਬੇਸ਼ੱਕ ਇਸ ਦੇ ਸਾਈਡ ਇਫੈਕਟ ਹੋਣ, ਪਰ ਮੋਟਾਪਾ ਅਤੇ ਮੋਟਾਪੇ ਕਾਰਨ ਹੋਣ ਵਾਲੀਆਂ ਕਈ ਬਿਮਾਰੀਆਂ ਦੇ ਜੋਖਮ ਨੂੰ ਘੱਟ ਕਰਦੀ ਹੈ ਇਹ। ਤੇ ਜੇਕਰ ਇਸ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਲਿਆ ਜਾਵੇ ਤਾਂ ਇਸ ਦੇ ਸਾਈਡ ਇਫੈਕਟ ਨਾ ਦੇ ਬਰਾਬਰ ਹੋਣਗੇ। ਇਸ ਦੀ ਡੋਜ਼ ਬੇहद ਮਹੱਤਵਪੂਰਨ ਹੈ। ਕਿਸ ਮਰੀਜ਼ ਨੂੰ ਕਿੰਨੀ ਡੋਜ਼ ਚਾਹੀਦੀ ਹੈ, ਇਹ ਡਾਕਟਰ ਹੀ ਵੱਖ-ਵੱਖ ਜਾਂਚਾਂ ਤੋਂ ਬਾਅਦ ਤੈਅ ਕਰਦੇ ਹਨ। ਮੋਟਾਪੇ ਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹਨ, ਇਹ ਵੀ ਦੇਖਣਾ ਬਹੁਤ ਜ਼ਰੂਰੀ ਹੈ। ਕਈ ਅਜਿਹੇ ਪੈਰਾਮੀਟਰ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸਮਝਣਾ ਡਾਕਟਰਾਂ ਦੇ ਫੈਸਲੇ ਤੇ ਹੁੰਦਾ ਹੈ ਕਿ ਉਹ ਪੈਰਾਮੀਟਰ ਸਮਝਦੇ ਨੇ, ਫਿਰ ਫੈਸਲਾ ਲੈਂਦੇ ਨੇ ਕਿ ਮਰੀਜ਼ ਨੂੰ ਕਿਸ ਤਰ੍ਹਾਂ ਦੀ ਦਵਾਈ ਦੇਣੀ ਚਾਹੀਦੀ ਹੈ ਅਤੇ ਕਿੰਨੀ ਦੇਣੀ ਚਾਹੀਦੀ ਹੈ। ਇਸ ਲਈ ਜੇਕਰ ਤੁਸੀਂ ਦਵਾਈ ਦੀ ਵਰਤੋਂ ਕਰਦੇ ਹੋ ਤਾਂ ਪਹਿਲਾਂ ਯੋਗ ਡਾਕਟਰ ਨੂੰ ਮਿਲੋ, ਫਿਰ ਤੈਅ ਕਰੋ। ਜੇਕਰ ਤੁਸੀਂ ਖੁਦ ਤੋਂ ਲਓਗੇ ਤਾਂ ਤੁਹਾਨੂੰ ਡੋਜ਼ ਬਾਰੇ ਕੋਈ ਜਾਣਕਾਰੀ ਨਹੀਂ ਹੋਏਗੀ। ਇਸ ਦਵਾਈ ਦਾ ਇੰਨਾ ਪ੍ਰਸਾਰ ਹੈ ਹੋ ਗਿਆ ਹੈ ਕਿ ਲੋਕ ਖੁਦ ਤੋਂ ਵੀ ਲੈਣ ਲੱਗ ਗਏ ਹਨ। ਇਹ ਬਹੁਤ ਹੀ ਗਲਤ ਹੈ। ਇਸ ਨਾਲ ਤੁਸੀਂ ਖੁਦ ਨੂੰ ਜੋਖਮ ਵਿੱਚ ਪਾ ਰਹੇ ਹੋ। ਅਜਿਹਾ ਨਹੀਂ ਕਰਨਾ ਚਾਹੀਦਾ। ਡਾਕਟਰਾਂ ਦੀ ਰਾਏ ਦੇ ਨਾਲ weight loss ਦੀ ਦਵਾਈ ਲੈਣੀ ਚਾਹੀਦੀ ਹੈ। ਇਹ ਡਾਕਟਰ ਕਹਿ ਰਹੇ ਨੇ ਕਿ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਵੀ ਰਹੀਆਂ ਨੇ ਤਾਂ ਹੋ ਸਕਦਾ ਕਿ ਉਹ ਆਪਣੇ ਆਪ ਮੁਹਾਰੇ ਦਵਾਈਆਂ ਖਾ ਰਹੇ ਹੋਣ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਡੋਜ਼ ਕਿੰਨੀ ਲੈਣੀ ਆ, ਦਵਾਈ ਕਿੰਨੀ ਖਾਣੀ ਆ। ਜੇ ਤੁਹਾਨੂੰ ਕਿਹੜੀ ਬਿਮਾਰੀ ਆ, ਤੁਸੀਂ ਇਹ ਦਵਾਈ ਨਹੀਂ ਖਾਣੀ ਤਾਂ ਉਹ ਵੀ ਨਹੀਂ ਪਤਾ। ਤਾਂ ਇਸ ਕਰਕੇ ਜੇ ਤੁਸੀਂ ਕੋਈ ਇਸ ਤਰ੍ਹਾਂ ਦੀ ਭਾਰ ਘਟਾਉਣ ਦੀ ਦਵਾਈ ਖਾ ਰਹੇ ਹੋ ਜਾਂ ਇਸ ਤਰ੍ਹਾਂ ਦਾ ਕੋਈ ਇੰਜੈਕਸ਼ਨ ਲੈ ਰਹੇ ਹੋ ਤਾਂ ਇੱਕ ਵਾਰੀ ਡਾਕਟਰ ਦੀ ਸਲਾਹ ਜ਼ਰੂਰ ਲਓ। ਇਸ ਮਾਮਲੇ ਤੇ ਕੰਪਨੀਆਂ ਕੀ ਕਹਿ ਰਹੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬ੍ਰਿਟੇਨ ਦੇ ਵਿੱਚ GLP-1 ਦਵਾਈਆਂ ਦੇ ਲੱਖਾਂ ਪ੍ਰਿਸਕ੍ਰਿਪਸ਼ਨ ਜਾਰੀ ਕੀਤੇ ਜਾਂਦੇ ਹਨ ਅਤੇ ਇਹਨਾਂ ਸ਼ਿਕਾਇਤਾਂ ਦੀ ਗਿਣਤੀ ਕੁੱਲ ਵਰਤੋਂ ਦੇ ਮੁਕਾਬਲੇ ਬਹੁਤ ਘੱਟ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਕਿਸੇ ਸਾਈਡ ਇਫੈਕਟ ਦੀ ਰਿਪੋਰਟ ਦੀ ਜਿਹੜੀ ਗਿਣਤੀ ਹੈ ਦਵਾਈ ਦੀ ਵੱਧਦੀ ਵਰਤੋਂ ਅਤੇ ਸੰਭਾਵਿਤ ਸਾਈਡ ਇਫੈਕਟ ਬਾਰੇ ਵੱਧਦੀ ਜਾਗਰੂਕਤਾ ਤੋਂ ਪ੍ਰਭਾਵਿਤ ਹੋ ਸਕਦੀ ਹੈ। MHRA ਦੇ ਇੱਕ ਬੁਲਾਰੇ ਨੇ ਕਿਹਾ ਕਿ ਸਾਰੀਆਂ ਦਵਾਈਆਂ ਵਾਂਗ GLP-1 ਦੀ ਸੁਰੱਖਿਆ ਦੀ ਵੀ ਲਗਾਤਾਰ ਸਮੀਖਿਆ ਕੀਤੀ ਜਾਂਦੀ ਹੈ। ਇਹਨਾਂ ਵਿੱਚ ਸਵੈਚਲਿਤ ਤੌਰ ਤੇ ਪ੍ਰਾਪਤ ਹੋਣ ਵਾਲੇ ਅੰਕੜਿਆਂ ਤੇ ਵਿਗਿਆਨੀਆਂ ਦੇ ਸਬੂਤ ਵੀ ਸ਼ਾਮਲ ਹਨ। ਜੇਕਰ ਇਹ ਖੋਜ ਵਿੱਚ ਕਿਸੇ ਸੰਭਾਵਿਤ ਖਤਰਿਆਂ ਦਾ ਅਹਿਸਾਸ ਹੋਵੇਗਾ ਤਾਂ ਇਸ ਨੂੰ ਸਭ ਨੂੰ ਦੱਸਿਆ ਜਾਵੇਗਾ। ਮੌਜੂਦਾ ਸਬੂਤਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ GLP-1 ਦੀ ਵਰਤੋਂ ਵਿਗਿਆਨਕ ਤੌਰ ਤੇ ਪ੍ਰਵਾਨਿਤ ਮਾਪਦੰਡਾਂ ਦੇ ਤਹਿਤ ਕੀਤੀ ਜਾਂਦੀ ਹੈ। ਇਸ ਲਈ ਇਸ ਤੇ ਸੰਭਾਵਿਤ ਜੋਖਮਾਂ ਤੋਂ ਕਿਤੇ ਜ਼ਿਆਦਾ ਇਸ ਦੇ ਫਾਇਦੇ ਹਨ। ਉੱਥੇ ਹੀ ਨਵੋ ਨੋਰਡਿਕਸ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਮਰੀਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਬੇहद ਗੰਭੀਰ ਹੈ। ਉਹਨਾਂ ਕਿਹਾ ਕਿ ਹੋਰ ਦਵਾਈਆਂ ਵਾਂਗ ਇਸ ਦਵਾਈ ਦੇ ਵੀ ਸਾਈਡ ਇਫੈਕਟ ਹੋ ਸਕਦੇ ਹਨ, ਪਰ ਇਹ ਹਰ ਵਿਅਕਤੀ ਵਿੱਚ ਵੱਖ-ਵੱਖ ਹੋਣਗੇ ਅਤੇ ਹੁਣ ਤੱਕ ਜੋ ਵੀ ਰਿਪੋਰਟਾਂ ਆਈਆਂ ਨੇ ਉਹਨਾਂ ਵਿੱਚ ਫਾਇਦਾ ਕਿਤੇ ਜ਼ਿਆਦਾ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮਰੀਜ਼ ਜਿਹੜੇ ਆ ਰਹੇ ਨੇ ਜਾਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ ਫਾਇਦੇ ਜ਼ਿਆਦਾ ਹੋ ਰਹੇ ਨੇ, ਕਿਸੇ ਦਾ ਨੁਕਸਾਨ ਹੋ ਰਿਹਾ। ਇਸ ਗੱਲ ਨੂੰ ਵਧਾ ਚੜਾ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ। ਪਰ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਕੀ ਮੋਟਾਪਾ ਘਟਾਉਣ ਦੇ ਲਈ ਇਸ ਤਰ੍ਹਾਂ ਦੀਆਂ ਦਵਾਈਆਂ, ਇਸ ਤਰ੍ਹਾਂ ਦੇ ਇੰਜੈਕਸ਼ਨ ਖਾਣੇ ਚਾਹੀਦੇ ਨੇ ਜਾਂ ਫਿਰ ਕੁਦਰਤੀ ਤੌਰ ਤੇ ਤੁਹਾਨੂੰ ਮਿਹਨਤ ਕਰਕੇ ਮੋਟਾਪਾ ਘਟਾਉਣਾ ਚਾਹੀਦਾ? ਕਿਉਂਕਿ ਦਵਾਈ ਭਾਵੇਂ ਕੋਈ ਵੀ ਹੋਵੇ, ਜੇ ਤੁਸੀਂ ਹੱਦ ਤੋਂ ਜ਼ਿਆਦਾ ਖਾਓਗੇ, ਓਵਰਡੋਜ਼ ਕਰੋਗੇ ਤਾਂ ਤੁਹਾਡੇ ਸਰੀਰ ਲਈ ਖਤਰਨਾਕ ਸਾਬਤ ਹੋਏਗੀ। ਪਰ ਕੋਈ ਵੀ ਦਵਾਈ ਬਿਨਾਂ ਕਿਸੇ ਡਾਕਟਰ ਦੀ ਨਿਗਰਾਨੀ ਤੇ ਉਹਨਾਂ ਦੀ ਸਲਾਹ ਤੋਂ ਬਿਨਾਂ ਨਾ ਖਾਓ। ਬਾਕੀ ਤੁਹਾਡਾ ਕੀ ਕਹਿਣਾ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ।